ਸਵਾਗਤ ਹੈ ਤੁਹਾਡਾ ਵੀਰੋ ਭੈਣੋ ਭਰਾਵੋ ਵਿਗਿਆਨੀਓ ਵਿਦਿਆਰਥੀਓ 31ਵਾਂ ਐਪੀਸੋਡ ਪੀਏਯੂ ਦਾ ਲਾਈਵ ਲੈ ਕੇ ਹਾਜ਼ਰ ਹਾਂ। ਜਿਵੇਂ ਕਿ ਅਸੀਂ ਪਿਛਲੇ ਹਫਤੇ ਵੀ ਵਾਅਦਾ ਕੀਤਾ ਸੀਗਾ, ਇੱਕ ਉੱਚ ਪੱਧਰੀ ਇੱਕ ਟੀਮ ਦੇ ਨਾਲ ਤੁਹਾਡੇ ਸਾਹਮਣੇ ਫਿਰ ਪੇਸ਼ ਹੋਵਾਂਗੇ। ਅੱਜ ਵੀ ਅਸੀਂ ਹਾਜ਼ਰ ਹਾਂ। ਅੱਜ ਅਸੀਂ ਜੋ ਗੱਲਾਂ ਕਰਨੀਆਂ, ਸਭ ਤੋਂ ਪਹਿਲਾਂ ਅਸੀਂ ਅੱਜ ਗੱਲ ਸ਼ੁਰੂਆਤ ਕਰਨੀ ਹੈ ਖੇਤੀ ਰੁਝੇਵਿਆਂ ਤੋਂ। ਉਹਦਾ ਮੈਂ ਗੱਲ ਕਰਾਂਗਾ ਵੀ ਬੇਨਤੀ ਕਰਾਂਗੇ ਡਾਕਟਰ ਇੰਦਰਪ੍ਰੀਤ ਨੂੰ। ਉਸ ਤੋਂ ਬਾਅਦ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਕਿਹੜੀਆਂ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ। ਯੂਨੀਵਰਸਿਟੀ ਦੀ ਲਾਇਬ੍ਰੇਰੀ ਇੱਕ ਬੜਾ ਵਧੀਆ ਸਥਾਨ ਰੱਖਦੀ ਹੈ। ਯੂਨੀਵਰਸਿਟੀ ਲਾਇਬ੍ਰੇਰੀ ਬਾਰੇ ਅਸੀਂ ਗੱਲਾਂ ਕਰੀਆਂ। ਉਹਦੇ ਲਈ ਅਸੀਂ ਮੈਡਮ ਡਾਕਟਰ ਪਰਮਪਾਲ ਸੋਤਾ ਜੀ ਨੂੰ ਕੀ ਨਿਯੁਕਤ ਦਿੱਤਾ, ਉਹ ਵੀ ਸਾਡੇ ਵਿੱਚ ਸ਼ਾਮਲ ਹੋਣਗੇ। ਉਸ ਤੋਂ ਇਲਾਵਾ ਅਸੀਂ ਗੱਲਾਂ ਕਰਨੀਆਂ ਯੂਨੀਵਰਸਿਟੀ ਦੇ ਵਸਤਰ ਵਿਗਿਆਨ ਵਿਭਾਗ ਵੱਲੋਂ ਕਿਹੜੀਆਂ ਗਤੀਵਿਧੀਆਂ ਉਲੀਕੀਆਂ ਜਾਂਦੀਆਂ, ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਵਿਦਿਆਰਥੀਆਂ ਵੱਲੋਂ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਇੱਕ ਐਕਸਪੀਰੀਅੰਸ ਲੈਣ ਦੇ ਲਈ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ, ਵਰਕਸ਼ਾਪ ਲਾਈ ਗਈ ਹੈ। ਉਹਦੇ ਬਾਰੇ ਅਸੀਂ ਗੱਲਾਂ ਕਰ ਰਹੀਆਂ। ਫਿਰ ਅਸੀਂ ਉਸ ਤੋਂ ਇਲਾਵਾ ਇੱਕ ਖਾਸ ਗੱਲ ਇਹ ਕਰਨੀ ਹੈ। ਕਈ ਵਾਰ ਇਹ ਸਮੱਸਿਆ ਆ ਜਾਂਦੀ ਹੈ, ਸਟੇਟ ਐਗਰੀਕਲਚਰ ਡਿਪਾਰਟਮੈਂਟ ਦੇ ਪੀਏਯੂ ਦੇ ਜੋ ਕਾਰ ਵਿਹਾਰ ਨੇ ਇਹ ਅਲੱਗ-ਅਲੱਗ ਨੇ, ਥੋੜ੍ਹੇ ਅਲੱਗ-ਅਲੱਗ ਨੇ, ਅਤੇ ਪੀਏਯੂ ਦੇ ਪਰਵਿਊ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਅਤੇ ਉਸ ਚੀਜ਼ ਨੂੰ ਦੱਸਣ ਦੇ ਲਈ ਯੂਨੀਵਰਸਿਟੀ ਵੱਲੋਂ ਇੱਕ ਅਲੱਗ ਇੱਕ ਤਕਨੀਕੀ ਪ੍ਰੋਗਰਾਮ ਲਗਾਇਆ ਜਾਂਦਾ, ਜਿਹਦੇ ਵਿੱਚ ਨਵੇਂ ਭਰਤੀ ਕੀਤੇ ਅਧਿਆਪਕਾਂ ਨੂੰ ਯੂਨੀਵਰਸਿਟੀ ਵਿੱਚ ਖੋਜ ਦੇ ਕੀ ਕਾਰਜ ਹਨ, ਰਿਸਰਚ ਦੇ ਕੀ ਕਾਰਜ ਹਨ, ਐਕਸਟੈਂਸ਼ਨ ਦੇ ਕੀ ਕਾਰਜ ਹਨ, ਅਤੇ ਵਿਦਿਅਕ ਪ੍ਰੋਗਰਾਮ ਕਿਹੜੇ ਨੇ। ਇਹ ਤਿੰਨਾਂ ਦੇ ਵਿੱਚ ਤੁਸੀਂ ਜਦੋਂ ਵੱਖ-ਵੱਖ ਤਰੀਕੇ ਦੇ ਨਾਲ ਵੇਖਣਾ ਹੈ, ਕਿਵੇਂ ਤੁਸੀਂ ਵਿਚਰ ਰਿਹਾ, ਤਾਂ ਉਹਦੇ ਬਾਰੇ ਵੀ ਅਸੀਂ ਗੱਲ ਕਰ ਰਹੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਡਾਕਟਰ ਇੰਦਰਪ੍ਰੀਤ ਨੂੰ। ਡਾਕਟਰ ਇੰਦਰਪ੍ਰੀਤ, ਤੁਸੀਂ ਪਲੀਜ਼ ਵੀ ਇਸ ਹਫ਼ਤੇ ਦੇ ਜੋ ਕਾਰ ਵਿਹਾਰ ਨੇ ਉਹਨਾਂ ਦੀ ਵਿਉਂਤਬੰਦੀ ਜੋ ਉਹ ਬਾਰੇ ਜਾਣਕਾਰੀ ਦਿਓ। ਫਿਰ ਮੈਂ ਇਨ ਦਾ ਮੀਨ ਟਾਈਮ ਲਾਈਵ ਕੁਐਸਚਨ ਦੇਖ ਲੈਣਾ ਜੀ, ਪਲੀਜ਼। ਸੋ ਸਾਰੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਅੱਜ ਦੀਆਂ ਜੋ ਮੁੱਖ ਅਸੀਂ ਖੇਤੀ ਰੁਝੇਵਿਆਂ ਬਾਰੇ ਗੱਲ ਕਰਾਂਗੇ ਜੀ, ਸ਼ਹਿਦ ਦੀਆਂ ਮੱਖੀਆਂ ਅਤੇ ਖੁੰਭਾਂ ਦੇ ਉਤਪਾਦਨ ਬਾਰੇ। ਸੋ ਕਿਸਾਨ ਵੀਰੋ, ਸਭ ਤੋਂ ਪਹਿਲਾਂ ਸ਼ਹਿਦ ਦੀਆਂ ਮੱਖੀਆਂ ਦੇ ਵਿੱਚ ਤੁਸੀਂ ਇਸ ਮਹੀਨੇ ਧਿਆਨ ਰੱਖਣਾ ਹੈ ਕਿ ਇਹਨਾਂ ਦੇ ਡੱਬਿਆਂ ਨੂੰ ਜੋ ਹੈ ਜ਼ਿਆਦਾ ਖੋਲ੍ਹਣਾ ਨਹੀਂ ਹੈ। ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਤੁਸੀਂ ਉਹ ਦਿਨ ਚੜੋ ਜਿਸ ਦਿਨ ਹਵਾ ਬੰਦ ਹੋਵੇ ਅਤੇ ਚੰਗੀ ਧੁੱਪ ਨਿਕਲੀ ਹੋਵੇ। ਸੋ ਇਸ ਦਿਨ ਦੇ ਦੌਰਾਨ ਤੁਸੀਂ ਤੇਜ਼ੀ ਨਾਲ ਜੋ ਡੱਬਿਆਂ ਦਾ ਨਿਰੀਖਣ ਹੈ ਉਸ ਨੂੰ ਕਰ ਦੇਣਾ ਹੈ। ਇਸ ਤੋਂ ਬਿਨਾਂ ਕਿਸਾਨ ਵੀਰੋ ਧਿਆਨ ਦਿਓ ਕਿ ਹਾਈਵ ਦੀਆਂ ਤਰੇੜਾਂ ਜਾਂ ਫਿਰ ਚੀਥਾਂ ਨੂੰ ਪਲਾਸਟਰ ਆਫ ਪੈਰਿਸ, ਜਿਸ ਨੂੰ ਅਸੀਂ ਚਿੱਟੇ ਸੀਮੈਂਟ ਦੇ ਨਾਂ ਨਾਲ ਵੀ ਜਾਣਦੇ ਹਾਂ, ਜਾਂ ਫਿਰ ਗਾਰੇ ਦੇ ਨਾਲ ਉਹ ਚੰਗੀ ਤਰ੍ਹਾਂ ਲਿਪੀਆਂ ਹੋਣੀਆਂ ਚਾਹੀਦੀਆਂ ਹਨ। ਸੋ ਜੇਕਰ ਕੁਟੁੰਬ ਹਲੇ ਵੀ ਤੁਹਾਡੇ ਛਾਵੇਂ ਪਏ ਨੇ ਤਾਂ ਕੋਸ਼ਿਸ਼ ਕਰੋ ਕਿ ਹਰ ਰੋਜ਼ 3 ਫੁੱਟ ਤੋਂ ਘੱਟ ਕੁਟੁੰਬਾਂ ਨੂੰ ਓਲੇ ਵਾਲੀ ਥਾਂ 'ਤੇ ਰੱਖੋ ਅਤੇ ਜਾਂ ਫਿਰ ਉਹਨਾਂ ਨੂੰ ਕੰਧਾਂ ਦੇ ਨੇੜੇ ਟਿਕਾਓ ਤਾਂ ਕਿ ਕੁਟੁੰਬ ਜੋ ਨੇ ਉਹ ਠੰਡੀਆਂ ਹਵਾਵਾਂ ਤੋਂ ਬਚ ਸਕਣ। ਕੁਟੁੰਬਾਂ ਦੇ ਗੇਟ ਨੂੰ ਇਸ ਗੱਲ ਦੀ ਤੁਸੀਂ ਤਰਜੀਹ ਦੇਣੀ ਹੈ ਕਿ ਜੋ ਕੁਟੁੰਬਾਂ ਦੇ ਗੇਟ ਦੀ ਦਿਸ਼ਾ ਹੈ ਉਹ ਦੱਖਣ ਪੂਰਬ ਵੱਲ ਹੋਣੀ ਚਾਹੀਦੀ ਹੈ ਜੀ। ਸੋ ਕੁਟੁੰਬਾਂ ਦੇ ਹੇਠੋਂ ਅਤੇ ਆਸੇ ਪਾਸਿਓਂ ਤੁਸੀਂ ਘਾਹ ਫੂਸ ਜਾਂ ਫਿਰ ਨਦੀਨਾਂ ਦੀ ਸਫਾਈ ਜ਼ਰੂਰ ਰੱਖਣੀ ਹੈ। ਇਸ ਤੋਂ ਬਿਨਾਂ ਕਿਸਾਨ ਵੀਰੋ, ਅਗਰ ਤੁਸੀਂ ਦੇਖਦੇ ਹੋ ਕਿ ਲੰਮੇ ਸਮੇਂ ਤੱਕ ਬੱਦਲਵਾਈ, ਧੁੰਦ ਜਾਂ ਫਿਰ ਬਰਸਾਤ ਰਹਿ ਰਹੀ ਹੈ ਤਾਂ ਤੁਸੀਂ ਧਿਆਨ ਦੇਣਾ ਹੈ ਕਿ ਇਹਦੇ ਵਿੱਚ ਖੁਰਾਕ ਦੀ ਕਮੀ ਜੋ ਸਾਡੀ ਮੱਖੀਆਂ ਨੂੰ ਹੈ ਉਹ ਆ ਸਕਦੀ ਹੈ। ਅਜਿਹੀ ਹਾਲਤ ਵਿੱਚ ਤੁਸੀਂ ਕੁਟੁੰਬਾਂ ਨੂੰ ਲੋੜ ਅਨੁਸਾਰ ਖੰਡ ਦੇ ਗਾੜੇ ਘੋਲ ਦੇ ਨਾਲ ਖੁਰਾਕ ਦੇਣੀ ਹੈ। ਸੋ ਖੁਰਾਕ ਤੁਸੀਂ ਜੋ ਦੇਣੀ ਹੈ ਉਹ ਡਿਵੀਜ਼ਨ ਬੋਰਡ ਫੀਡਰ ਦੇ ਵਿੱਚ ਦਿਓ। ਸੋ ਇਸ ਘੋਲ ਨੂੰ ਤਿਆਰ ਕਰਨ ਲਈ ਅਸੀਂ 2 ਹਿੱਸੇ ਖੰਡ ਅਤੇ 1 ਹਿੱਸੇ ਪਾਣੀ ਨੂੰ ਜੋ ਹੈ ਮਿਲਾਉਣਾ ਹੈ ਜੀ। ਸੋ ਦਸੰਬਰ ਵਿੱਚ ਕੀਤੀ ਜੋ ਅਸੀਂ ਸਰਦੀ ਤੋਂ ਬਚਾਉਣ ਲਈ ਪੈਕਿੰਗ ਕੀਤੀ ਸੀ ਉਸ ਨੂੰ ਇਸ ਮਹੀਨੇ ਵੀ ਜਾਰੀ ਰਹਿਣ ਦਿਓ। ਸੋ ਕਿਸਾਨ ਵੀਰੋ, ਹੁਣ ਅਸੀਂ ਗੱਲ ਕਰਾਂਗੇ ਅੱਗੇ ਖੁੰਭਾਂ ਦੀ ਕਾਸ਼ਤ ਬਾਰੇ। ਸੋ ਬਟਨ ਖੁੰਭ ਦੀ ਦੂਜੀ ਫਸਲ ਦੀ ਬਿਜਾਈ ਇਸ ਮਹੀਨੇ ਦੇ ਸ਼ੁਰੂ ਵਿੱਚ ਕਮਰਿਆਂ ਦੇ ਵਿੱਚ ਜਾ ਕੇ ਤੁਸੀਂ ਕਰਨੀ ਹੈ। ਜੇਕਰ ਬਿਜਾਈ ਸ਼ੈਲਫਾਂ ਜਾਂ ਪੇਟੀਆਂ ਵਿੱਚ ਕਰਨੀ ਹੋਵੇ ਤਾਂ ਬੀਜੀ ਹੋਈ ਖਾਦ ਨੂੰ ਅਖਬਾਰ ਦੇ ਨਾਲ ਢੱਕੋ ਅਤੇ ਪਾਣੀ ਦਾ ਛਿੜਕਾਅ ਹਰ ਰੋਜ਼ 1 ਤੋਂ 2 ਵਾਰ ਜ਼ਰੂਰ ਕਰੋ ਜੀ। ਸੋ ਇਸ ਤੋਂ ਬਿਨਾਂ ਕਿਸਾਨ ਵੀਰੋ, ਜੇਕਰ ਮੋਮੀ ਲਿਫਾਫਿਆਂ ਵਿੱਚ ਬਿਜਾਈ ਕੀਤੀ ਹੋਵੇ ਤਾਂ ਅਖਬਾਰ ਨਾਲ ਢੱਕਣ ਜਾਂ ਪਾਣੀ ਦੇ ਛਿੜਕਾਅ ਦੀ ਜੋ ਜ਼ਰੂਰਤ ਹੈ ਉਹ ਸਾਨੂੰ ਨਹੀਂ ਹੁੰਦੀ। ਸੋ ਬੀਜ ਕੰਪੋਸਟ ਵਿੱਚ ਫੈਲਣ ਦੇ ਸਮੇਂ ਤਾਜ਼ੀ ਹਵਾ ਦੇਣ ਦੀ ਵੀ ਜ਼ਰੂਰਤ ਤੁਹਾਨੂੰ ਨਹੀਂ ਹੈ। ਬਿਜਾਈ ਤੋਂ 2 ਹਫ਼ਤੇ ਬਾਅਦ ਕੇਸਿੰਗ ਕਰਨ ਲਈ ਵਰਤੀ ਜਾਣ ਵਾਲੀ ਰੂੜੀ ਨੂੰ 4 ਤੋਂ 5% ਫਾਰਮਲਿਨ ਦੇ ਘੋਲ ਦੇ ਨਾਲ ਕੀਟਾਣੂ ਰਹਿਤ ਕਰ ਦਿਓ। ਅਖਬਾਰ ਉਤਾਰ ਕੇ ਤਿਆਰ ਕੇਸਿੰਗ ਮਿੱਟੀ ਦੀ ਸੇਵਾ ਤੋਂ 1.5 ਇੰਚ ਮੋਟੀ ਤਹਿ ਦੇ ਨਾਲ ਢੱਕੋ। ਕੇਸਿੰਗ ਮਿੱਟੀ ਉੱਪਰ ਹਰ ਰੋਜ਼ ਪਾਣੀ ਦਾ ਛਿੜਕਾਅ ਕਿਸਾਨ ਵੀਰੋ ਤੁਸੀਂ ਕਰਨਾ ਹੈ।
ਇਸ ਤੋਂ 1 ਹਫ਼ਤੇ ਬਾਅਦ 4 ਜਾਂ 6 ਘੰਟੇ ਤਾਜ਼ੀ ਹਵਾ ਦੀ ਆਵਾਜਾਈ ਜ਼ਰੂਰ ਕਰ ਦਿਓ। ਜੀ ਸੋ ਅਖੀਰ ਵਿੱਚ ਢੀਂਗਰੀ ਦੀ ਬਿਜਾਈ ਇਸ ਮਹੀਨੇ ਕੀਤੀ ਜਾਣ ਦਾ ਸਮਾਂ ਹੈ ਅਤੇ ਚੱਲ ਰਹੀ ਫਸਲ ਦੀ ਤੁੜਾਈ ਜੋ ਹੈ ਉਸ ਨੂੰ ਤੁਸੀਂ ਜਾਰੀ ਰੱਖਣਾ ਹੈ। ਜੀ ਸੋ ਕਿਸਾਨ ਵੀਰੋ, ਇਹ ਸੀ ਇਸ ਹਫ਼ਤੇ ਦੇ ਖੇਤੀ ਰੁਝੇਵੇਂ। ਹੁਣ ਮੈਂ ਡਾਕਟਰ ਅਨਿਲ ਸ਼ਰਮਾ ਨੂੰ ਬੇਨਤੀ ਕਰੂੰਗੀ ਕਿ ਉਹ ਅੱਗੇ ਦਾ ਪ੍ਰੋਗਰਾਮ ਜੋ ਹੈ ਉਸ ਨੂੰ ਜਾਰੀ ਕਰਨ। ਹਾਂ ਡਾਕਟਰ ਇੰਦਰਪ੍ਰੀਤ, ਬਹੁਤ ਵਧੀਆ ਤੁਸੀਂ ਜਾਣਕਾਰੀ ਪ੍ਰਦਾਨ ਕੀਤੀ। ਤੁਹਾਡੇ ਕੋਲ 1 ਮਿੰਟ ਹੋਰ ਲੈਣਾ ਡਾਕਟਰ ਇੰਦਰਪ੍ਰੀਤ। ਹਾਂਜੀ ਇਹ ਪਤਾ ਕਰਨਾ ਹੈ ਕਿਉਂਕਿ ਸਾਡੇ ਸਾਰੇ ਜਿਹੜੇ ਪਾਠਕ ਨੇ ਚੰਗੀ ਖੇਤੀ, ਪ੍ਰੋਗਰੈਸਿਵ ਫਾਰਮਿੰਗ, ਜੋ ਸਾਡੇ ਮਾਸਿਕ ਰਸਾਲੇ ਨੇ, ਇਹ ਤੁਹਾਡੇ ਕੋਲ ਜਨਵਰੀ ਦਾ ਹੁਣ ਤੱਕ ਪਹੁੰਚ ਚੁੱਕਾ ਹੋਣਾ ਚਾਹੀਦਾ। ਜੇ ਕੋਈ ਤਰੁੱਟੀ ਹੈ, ਜੇ ਨਹੀਂ ਪਹੁੰਚਿਆ, ਕਈ ਵਾਰ ਕੋਈ ਹੋ ਸਕਦਾ ਡਾਕ ਵੱਲੋਂ, ਪੋਸਟਮੈਨ ਵੱਲੋਂ ਕੋਈ ਪ੍ਰੋਬਲਮ ਹੋ ਸਕਦੀ ਹੈ, ਤੁਸੀਂ ਸਿਰਫ ਇੱਕ ਨੰਬਰ ਯਾਦ ਰੱਖਣਾ, 2401 960 2401 960। ਇਹ ਏਜੰਸੀ ਦਾ ਫੋਨ ਨੰਬਰ, ਐਕਸਚੇਂਜ ਦਾ ਨੰਬਰ ਹੈ। ਤੁਸੀਂ ਉਹਨਾਂ ਨੂੰ ਕਹਿਣਾ 475 ਨੰਬਰ ਮਿਲਾ ਦਿਓ, ਉੱਥੇ ਤੁਸੀਂ ਸ਼ਿਕਾਇਤ ਆਪਣੀ ਦਰਜ ਕਰਾ ਸਕਦੇ ਹੋ। ਜੇ ਕੋਈ ਰਸਾਲੇ ਸੰਬੰਧੀ ਕੋਈ ਸਮੱਸਿਆ ਹੈ, ਉਹਦਾ ਤੁਰੰਤ ਅਸੀਂ ਨਿਪਟਾਰਾ ਕਰਾਂਗੇ। ਮੈਡਮ, ਜਿਹੜੀਆਂ ਤੁਸੀਂ ਇਹ ਸਾਰੀਆਂ ਕਾਰ ਵਿਹਾਰ ਦੱਸੇ, ਕੀ ਤੁਸੀਂ ਇਹਨਾਂ ਰਸਾਲਿਆਂ ਤੇ ਜੀ ਦਰਜ ਕਰਦੇ ਆ? ਹਾਂਜੀ ਬਿਲਕੁਲ ਜੀ। ਇਸ ਜੋ ਰਸਾਲਾ ਹੈ ਸਾਡਾ ਪੰਜਾਬੀ ਵਿੱਚ ਚੰਗੀ ਖੇਤੀ ਅਤੇ ਅੰਗਰੇਜ਼ੀ ਵਿੱਚ ਛਪਦਾ ਹੈ ਜੀ ਪ੍ਰੋਗਰੈਸਿਵ ਫਾਰਮਿੰਗ। ਜੀ ਇਹ ਹਰ ਮਹੀਨੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਛਪਦਾ ਹੈ, ਤੇ ਇਹਦੇ ਵਿੱਚ ਅਖੀਰ ਤੇ ਅਸੀਂ ਖੇਤੀ ਰੁਝੇਵੇਂ ਦਿੱਤੇ ਹੋਏ ਹੁੰਦੇ ਹਨ। ਜੀ ਸੋ ਇਹ ਦੋਨੇ ਭਾਸ਼ਾਵਾਂ ਵਿੱਚ ਸਾਡੇ ਕਿਸਾਨਾਂ ਨੂੰ ਅਵੇਲੇਬਲ ਨੇ। ਜੀ। ਸੋ ਜਿਵੇਂ ਜਨਵਰੀ ਦਾ ਐਡੀਸ਼ਨ ਜਦੋਂ ਛਪਦਾ ਹੈ ਤਾਂ ਉਹਦੇ ਵਿੱਚ ਫਰਵਰੀ ਦੇ ਖੇਤੀ ਰੁਝੇਵੇਂ ਆਉਂਦੇ ਹਨ। ਜਦ ਇਸ ਮਹੀਨੇ ਜਨਵਰੀ ਦੇ ਜੋ ਰੁਝੇਵੇਂ ਹਨ ਉਹ ਸਾਡੇ ਦਸੰਬਰ ਐਡੀਸ਼ਨ ਦੇ ਵਿੱਚ ਆਏ ਹੋਏ ਹਨ। ਜੀ। ਸੋ ਕਿਸਾਨ ਵੀਰ ਇਹਨਾਂ ਨੂੰ ਜ਼ਰੂਰ ਪੜ੍ਹਨ, ਕਿਉਂਕਿ ਅਸੀਂ ਸਮੇਂ ਦੀ ਥੋੜ੍ਹ ਕਾਰਨ ਉਹਨਾਂ ਨੂੰ ਸਾਰੇ ਰੁਝੇਵੇਂ ਪੜ੍ਹ ਕੇ ਨਹੀਂ ਸੁਣਾ ਸਕਦੇ। ਤਾਂ ਇਸ ਦੇ ਵਿੱਚ ਦਰਜ ਰੁਝੇਵਿਆਂ ਤੋਂ ਉਹ ਪੂਰੇ ਮਹੀਨੇ ਦੇ ਰੁਝੇਵੇਂ ਪੜ੍ਹ ਕੇ ਫਾਇਦਾ ਲੈ ਸਕਦੇ ਨੇ। ਜੀ ਹਾਂ ਡਾਕਟਰ ਇੰਦਰਪ੍ਰੀਤ, ਇਹਦੇ ਨਾਲ ਗੱਲ ਹੋਰ ਵੀ ਜੁੜਦੀ ਹੈ। ਜੇ ਉਹਨਾਂ ਨੇ ਕੋਈ ਹਵਾਲਾ ਵੀ ਲੈਣਾ, ਕਈ ਵਾਰੀ ਕਈ ਆਪਾਂ ਗੱਲਾਂ ਕਰਦੇ ਆ ਉਹ ਯਾਦ ਨਹੀਂ ਰਹਿੰਦੀਆਂ। ਜੀ। ਦਵਾਈ ਦੀ ਮਿਕਦਾਰ ਹੈ, ਉਹਦੀ ਕੈਲੀਬ੍ਰੇਸ਼ਨ ਕਿਵੇਂ ਕਰਨੀ ਹੈ, ਦਵਾਈ ਦਾ ਨਾਮ ਕੀ ਹੈ, ਉਹਦਾ ਸਾਲਟ ਕੀ ਹੈ, ਉਹ ਸਾਰੇ ਕੁਝ ਤਕਨੀਕੀ ਜਾਣਕਾਰੀ ਇਹਨਾਂ ਦੇ ਵਿੱਚ ਦਰਜ ਹੁੰਦੀ ਹੈ। ਤੁਸੀਂ ਸੁਖਾਲੇ ਤਰੀਕੇ ਦੇ ਨਾਲ ਪਹੁੰਚ ਸਕਦੇ ਹੋ। ਡਾਕਟਰ ਇੰਦਰਪ੍ਰੀਤ, ਬਹੁਤ ਬਹੁਤ ਧੰਨਵਾਦ ਤੁਹਾਡਾ।